Hello guys, welcome back to my YouTube channel IELTS with Dimple, and today I am here to provide you such an important video on IELTS reading of question type true, false, not given. Okay, ਅੱਜ ਆਪਾਂ ਗੱਲ ਕਰਾਂਗੇ ਟਰੂ ਫਾਲਸ ਤੇ ਨਾਟ ਗਿਵਨ ਦੇ ਜੋ ਕੁਐਸਚਨ ਹੁੰਦੇ ਆ ਉਹਨਾਂ ਬਾਰੇ ਕਿ ਆਪਾਂ ਸਟੇਟਮੈਂਟ ਨਾਲ ਐਗਰੀ ਕਰਦੇ ਹਾਂ, ਡਿਸਐਗਰੀ ਕਰਦੇ ਹਾਂ, ਜਾਂ ਆਪਾਂ ਨਾ ਜਿਹੜਾ ਕੁਐਸਚਨ ਹੈ ਜੋ ਕੁਐਸਚਨ 'ਚ ਗੱਲ ਕੀਤੀ ਹੋਈ ਆ ਉਹ ਪੈਰਾ 'ਚ ਨਹੀਂ ਦਿੱਤਾ ਹੋਇਆ, ਮਤਲਬ ਨਾਟ ਗਿਵਨ ਹੈ। ਠੀਕ ਹੈ, ਇਹਦੇ ਵਿੱਚ ਜ਼ਿਆਦਾਤਰ ਸਟੂਡੈਂਟਸ ਆ ਜੋ ਫਾਲਸ ਤੇ ਨਾਟ ਗਿਵਨ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਆ, ਕਿਉਂਕਿ ਟਰੂ ਦੀ ਸਟੇਟਮੈਂਟ ਆਪਾਂ ਨੂੰ ਸਿੰਪਲ ਮਿਲ ਜਾਂਦੀ ਹੁੰਦੀ ਆ। ਠੀਕ ਹੈ, 80 to 90% ਉਹ ਟਰੂ ਆਪਣਾ ਹਮੇਸ਼ਾ ਸਹੀ ਹੁੰਦਾ, ਬਟ ਜੋ ਆਪਣਾ ਫਾਲਸ ਤੇ ਨਾਟ ਗਿਵਨ ਹੈ ਨਾ, ਇਹਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ, ਕਿਉਂਕਿ ਕਈ ਵਾਰ ਸਟੇਟਮੈਂਟ ਫਾਲਸ ਹੁੰਦੀ ਹੈਗੀ ਅਤੇ ਸਟੂਡੈਂਟਸ ਉਹਨੂੰ ਨਾਟ ਗਿਵਨ ਲਗਾ ਦਿੰਦੇ ਆ। ਕਈ ਵਾਰ ਉਹ ਚੀਜ਼ ਨਹੀਂ ਦਿੱਤੀ ਹੁੰਦੀ ਬਟ ਕਈ ਵਾਰ ਉਹ ਫਾਲਸ ਲਗਾ ਦਿੰਦੇ ਆ। ਇਸ ਦੋ ਵਿੱਚ ਜ਼ਿਆਦਾਤਰ ਕਨਫਿਊਜ਼ਨ ਹੁੰਦੀ ਹੈ ਜੋ ਸਟੂਡੈਂਟਸ ਦੀ ਇਸ ਦੋ ਕੁਐਸਚਨ ਟਾਈਪਸ ਹੀ ਹੁੰਦੀ ਆ। ਅੱਜ ਮੈਂ ਬਿਲਕੁਲ ਈਜ਼ੀ ਲੈਵਲ ਦੀ ਰੀਡਿੰਗ ਲੈਤੀ ਆ, ਜੋ ਕਿ ਬਹੁਤ ਜ਼ਿਆਦਾ ਈਜ਼ੀ ਹੈ, ਜਿਹਦੇ ਆਨਸਰ ਸਿੰਪਲੀ ਆਪਾਂ ਨੂੰ ਮਿਲ ਰਹੇ ਆ, ਕਿਉਂਕਿ ਆਪਾਂ ਰੀਡਿੰਗ ਫਸਟਲੀ ਈਜ਼ੀ ਲੈਵਲ ਤੋਂ ਸ਼ੁਰੂ ਕਰਾਂਗੇ, ਫਿਰ ਮੋਡਰੇਟ ਐਂਡ ਫਿਰ ਲਾਸਟ ਵਿੱਚ ਡਿਫੀਕਲਟ ਕਰਾਂਗੇ। ਠੀਕ ਹੈ, ਅੱਜ ਮੈਂ ਬਿਲਕੁਲ ਈਜ਼ੀ ਲੈਵਲ ਲੈਤਾ ਹੈ, ਜੋ ਬਿਲਕੁਲ ਹੀ ਜ਼ਿਆਦਾ ਈਜ਼ੀ ਲੈਵਲ ਹੈ। ਠੀਕ ਹੈ, ਉਹ ਤੋਂ ਸ਼ੁਰੂ ਕਰਾਂਗੇ। 5 ਕੁਐਸਚਨਸ ਹੈ। ਠੀਕ ਹੈ, ਫਸਟ ਕੁਐਸਚਨ ਤੋਂ ਆਪਾਂ ਰੀਡ ਆਊਟ ਕਰਨਾ ਸ਼ੁਰੂ ਕਰਾਂਗੇ। ਜੋ ਟਰੂ ਫਾਲਸ ਨਾਟ ਗਿਵਨ ਦੇ ਆਨਸਰ ਹੁੰਦੇ ਆ ਨਾ, ਉਹ ਹਮੇਸ਼ਾ ਸੀਰੀਅਲ ਆਰਡਰ ਵਿੱਚ ਹੁੰਦੇ ਆ। ਲਾਈਕ ਜੇ ਫਸਟ ਦਾ ਆਨਸਰ ਫਸਟ ਪੈਰਾਗ੍ਰਾਫ 'ਚ ਮਿਲ ਰਿਹਾ ਤਾਂ ਸੀਰੀਅਲ ਆਰਡਰ, ਫਿਰ ਸੈਕਿੰਡ ਪੈਰਾ 'ਚ ਸੈਕਿੰਡ ਦਾ ਆਨਸਰ ਉਹ ਥਰਡ 'ਚ ਥਰਡ ਦਾ ਹੋਊਗਾ। ਠੀਕ ਹੈ, ਇਹਦੇ ਵਿੱਚ ਕਦੇ ਵੀ ਸ਼ਫਲਿੰਗ ਨਹੀਂ ਹੁੰਦੀ ਆਨਸਰਸ ਦੀ ਟਰੂ ਫਾਲਸ 'ਚ, ਕਿ ਫਸਟ ਦਾ ਆਨਸਰ ਆਪਾਂ ਨੂੰ ਸੈਕਿੰਡ ਪੈਰਾ 'ਚ ਮਿਲ ਰਿਹਾ, ਠੀਕ ਹੈ, ਅਤੇ ਫਿਰ ਸੈਕਿੰਡ ਦਾ ਬਿਲਕੁਲ ਲਾਸਟ ਪੈਰਾ 'ਚ ਪਿਆ ਹੈ, ਥਰਡ ਦਾ ਸੈਕਿੰਡ ਪੈਰਾ 'ਚ ਹੈ। ਠੀਕ ਹੈ, ਇੱਦਾਂ ਸ਼ਫਲਿੰਗ ਨਹੀਂ ਹੁੰਦੀ, ਸਭ ਆਨਸਰ ਸੀਰੀਅਲ ਆਰਡਰ ਆਪਣੇ ਪਏ ਹੁੰਦੇ ਆ। ਇਹਦੇ ਵਿੱਚ ਹਮੇਸ਼ਾ ਜਦ ਵੀ ਆਪਾਂ ਕੁਐਸਚਨ ਨੂੰ ਰੀਡ ਆਊਟ ਕਰਦੇ ਹਾਂ, ਹਮੇਸ਼ਾ ਇੱਕ ਗੱਲ ਧਿਆਨ 'ਚ ਰੱਖਣੀ ਆ ਕਿ ਜੋ ਮੇਨ ਕੀਵਰਡਸ ਆਪਾਂ ਨੂੰ ਲੱਗ ਰਹੇ ਆ, ਠੀਕ ਹੈ, ਉਹਨਾਂ ਨੂੰ ਅੰਡਰਲਾਈਨ ਕਰਨਾ, ਕਿਉਂਕਿ ਜੇ ਆਪਾਂ ਉਹ ਵਰਡਸ ਨੂੰ ਅੰਡਰਲਾਈਨ ਕਰਾਂਗੇ, ਪੈਰਾਗ੍ਰਾਫ ਵਿੱਚ ਆਪਾਂ ਨੂੰ ਉੱਦਾਂ ਦਾ ਵਰਡ ਕੋਈ ਮਿਲ ਰਿਹਾ ਤਾਂ ਆਪਾਂ ਨੂੰ ਸ਼ੋਰਿਟੀ ਹੁੰਦੀ ਆ ਆਪਣੇ ਆਨਸਰ ਦੀ ਕਿ ਹਾਂ ਆਪਾਂ ਨੂੰ ਇੱਥੋਂ ਆਨਸਰ ਇਹਦਾ ਮਿਲ ਸਕਦਾ। ਠੀਕ ਹੈ ਨਾ, ਫਸਟਲੀ ਆਪਾਂ ਜਿਹੜੇ ਮੇਨ ਕੀਵਰਡਸ ਆ ਉਹਨਾਂ ਨੂੰ ਅੰਡਰਲਾਈਨ ਕਰਨਾ। ਸੈਕਿੰਡ, ਕਿ ਉਹ ਕੀਵਰਡਸ ਲਈ ਆਪਾਂ ਪੈਰਾ ਰੀਡ ਆਊਟ ਕਰਨਾ, ਆਪਾਂ ਉਹ ਕੀਵਰਡਸ ਫਾਈਂਡ ਕਰਨੇ ਆ। ਪਹਿਲਾਂ ਆਨਸਰ ਨਹੀਂ ਫਾਈਂਡ ਕਰਨਾ, ਉਹ ਕੀਵਰਡਸ ਫਾਈਂਡ ਕਰਨੇ ਕਿ ਉਹ ਆਪਾਂ ਨੂੰ ਕਿੱਥੋਂ ਮਿਲ ਰਿਹਾ, ਕਿਹੜੇ ਪੈਰਾਗ੍ਰਾਫ 'ਚ ਮਿਲ ਰਿਹਾ। ਜਿੱਥੋਂ ਆਪਾਂ ਨੂੰ ਕੀਵਰਡਸ ਮਿਲਣਗੇ ਉੱਥੋਂ ਆਪਾਂ ਅੰਡਰਸਟੈਂਡ ਕਰਨਾ ਪੈਰਾ ਸ਼ੁਰੂ ਕਰ ਦੇਣਾ। ਹਮੇਸ਼ਾ ਇੱਕ ਗੱਲ ਧਿਆਨ 'ਚ ਰੱਖਣੀ ਆ ਕਿ ਜੇ ਆਪਾਂ ਨੂੰ ਆਨਸਰ ਇੱਕ ਚੀਜ਼ ਲੱਗ ਰਹੀ ਹੈ ਕਿ ਇਹਦਾ ਆਨਸਰ ਆਹਾ, ਬਟ ਉਸ ਤੋਂ ਬਾਅਦ ਉਹਦੇ ਆਪੋਜ਼ਿਟ ਸਟੇਟਮੈਂਟ ਦਿੱਤੀ ਹੋਈ ਆ, ਲਾਈਕ ਹਾਊ ਐਵਰ, ਵੇਅਰ ਐਜ਼ ਵਗੈਰਾ ਕੁਛ ਇੱਦਾਂ ਵੀ ਲਾ ਕੇ, ਤਾਂ ਉਹਨੂੰ ਵੀ ਚੰਗੀ ਤਰ੍ਹਾਂ ਰੀਡ ਆਊਟ ਕਰਨਾ, ਕਿਉਂਕਿ ਕਈ ਵਾਰ ਆਪੋਜ਼ਿਟ ਸਟੇਟਮੈਂਟ 'ਚੋਂ ਆਨਸਰ ਆਉਂਦਾ ਹੁੰਦਾ, ਕਈ ਵਾਰ ਫਸਟ ਸਟੇਟਮੈਂਟ 'ਚੋਂ ਹੀ ਆਪਾਂ ਨੂੰ ਆਪਣਾ ਆਨਸਰ ਆ ਜੋ ਮਿਲ ਜਾਂਦਾ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ, China's one-child policy is believed to have kept population growth in the country at sustainable level. ਇਹਦੇ ਵਿੱਚ ਮੇਨ ਕੀਵਰਡਸ ਆਪਣੇ ਹੈਗੇ ਆ, ਵਨ ਚਾਈਲਡ ਪੋਲਿਸੀ ਹੈ ਜੋ ਚਾਈਨਾ ਦੀ, ਉਹ ਪਾਪੂਲੇਸ਼ਨ ਗਰੋਥ ਹੈ ਜੋ ਕੰਟਰੀ ਦੀ, ਉਹਨੂੰ ਸਸਟੇਨੇਬਲ ਲੈਵਲ 'ਤੇ ਰੱਖਣਾ। ਠੀਕ ਹੈ, ਉਹ ਬਿਲੀਵ ਕਰਦੇ ਸੀ ਕਿ ਜਿਹੜੀ ਚਾਈਨਾ ਦੀ ਵਨ ਚਾਈਲਡ ਪੋਲਿਸੀ ਹੈਗੀ, ਠੀਕ ਹੈ, ਉਹ ਬਿਲੀਵ ਕਰਦੀ ਸੀਗੀ ਕਿ ਜਿਹੜੀ ਪਾਪੂਲੇਸ਼ਨ ਗਰੋਥ ਹੈ ਕੰਟਰੀ ਦੀ, ਉਹਨੂੰ ਸਸਟੇਨੇਬਲ ਲੈਵਲ 'ਤੇ ਰੱਖਣਾ। ਸਸਟੇਨੇਬਲ ਲੈਵਲ ਹੈ ਜਿਹੜਾ, ਇਹ ਵੀ ਆਪਣਾ ਇੱਕ ਮੇਨ ਕੀਵਰਡ ਆ। ਸੋ ਆਪਾਂ ਜਦ ਆਪਣਾ ਆਨਸਰ ਫਾਈਂਡ ਆਊਟ ਕਰਦੇ ਹਾਂ, ਇਹਦਾ ਆਨਸਰ ਆਪਾਂ ਨੂੰ ਫਸਟ ਪੈਰਾਗ੍ਰਾਫ 'ਚ ਹੀ ਮਿਲਦਾ। ਲਾਈਕ ਫਸਟ ਪੈਰਾਗ੍ਰਾਫ ਸ਼ੁਰੂ ਹੁੰਦਾ, ਇਨ 1979 the Chinese government introduced a policy that no other country had ever introduced before. Each couple was restricted by law to having to only one child. This one-child policy, although highly controversial, is believed to have helped prevent the rapidly growing Chinese population from becoming unsustainable. ਇੱਥੇ ਗੱਲ ਕੀਤੀ ਹੈ ਕਿ ਇਹ ਚਾਈਲਡ ਪੋਲਿਸੀ ਸੀ, ਜੋ ਵਨ ਚਾਈਲਡ ਪੋਲਿਸੀ ਸੀ ਜੋ ਚਾਈਨਾ ਦੀ, ਇਹਨੇ ਕੀ ਕੀਤਾ ਸੀ, ਹੈਲਪ ਕੀਤੀ ਸੀ ਜੋ ਰੈਪਿਡਲੀ ਗਰੋ ਹੋ ਰਹੀ ਸੀ ਪਾਪੂਲੇਸ਼ਨ ਨੂੰ, ਉਹਨੂੰ ਪ੍ਰੀਵੈਂਟ ਕਰਨ ਦੇ ਲਈ, ਅਤੇ ਤਾਂ ਕਿ ਪਾਪੂਲੇਸ਼ਨ ਆਪਣੀ ਅਨਸਸਟੇਨੇਬਲ ਨਾ ਹੋ ਜੇ, ਉਹਨੂੰ ਪ੍ਰੀਵੈਂਟ ਕਰਨ ਦੇ ਲਈ। ਠੀਕ ਹੈ, ਪੋਲਿਸੀ ਆਈ ਸੀਗੀ ਰੈਪਿਡਲੀ ਗਰੋਇੰਗ ਪਾਪੂਲੇਸ਼ਨ ਨੂੰ ਪ੍ਰੀਵੈਂਟ ਕਰਨ ਲਈ, ਤਾਂ ਕਿ ਉਹਨੂੰ ਆਪਾਂ ਅਨਸਸਟੇਨੇਬਲ ਨਾ ਹੋਣ ਦਈਏ, ਵੀ ਸਸਟੇਨੇਬਲ ਰੱਖੀਏ। ਸੋ ਇਹਨਾਂ ਦਾ ਬਲੀਵ ਵੀ ਕੀ ਸੀਗਾ ਕਿ ਜਿਹੜੀ ਪਾਪੂਲੇਸ਼ਨ ਗਰੋਥ ਆ ਕੰਟਰੀ ਦੀ, ਉਹਨੂੰ ਸਸਟੇਨੇਬਲ ਲੈਵਲ 'ਤੇ ਰੱਖਣਾ। ਉੱਥੇ ਸੀ ਅਨਸਸਟੇਨੇਬਲ ਨਹੀਂ ਹੋਣ ਦੇਣੀ, ਇੱਥੇ ਸਸਟੇਨੇਬਲ ਲੈਵਲ ਆ ਜਿਹੜਾ ਉਹ 'ਤੇ ਹੈਗੀ। ਠੀਕ ਹੈ, ਇਸ ਲਈ ਇਹਦਾ ਆਨਸਰ ਆ ਜਿਹੜਾ ਆਪਣਾ ਟਰੂ ਆਏਗਾ।
Second question the negative government impact of population growth in China is less because of the one child policy. कहते जो negative environment ਦਾ impact ਸੀਗਾ population growth ਤੇ, जो negative environment ਦਾ impact ਆ population growth ਤੇ ਚਾਈਨਾ ਦੇ ਵਿੱਚ ਉਹ ਘੱਟ ਆ ਕਿਹਦੇ ਕਰਕੇ one child policy ਕਰਕੇ ਉਹ impact ਆ ਜਿਹੜਾ ਘੱਟ ਆ। जब आप अपने सैकेंड पैराग्राफ च आने वो सैकेंड लाइन के देखो कि इतने नैगेटिव इन्वायरमेंट की गल हुई आ जो उत्थों का अपना मेन कीवर्ड आ ठीक है। फिर उत्थे उन्होंने की किया घट आ लैस आ इतने लैसन लिखा हुआ ठीक है। इट हैज़ लैसन द नैगेटिव इंपैक्ट। इट किनू रिप्रजेंट करता फर्स्ट लाइन नू मतलब ऑन अ स्टैटिकल लैवल इट इज़ ईजी टू सुजैसट दैट द वन चाइल्ड पॉलिसी हैज़ बीन रेदर सक्सैसफुल इन चाइना। वन चाइल्ड पॉलिसी की गल हुई है फर्स्ट लाइन इट भी वन चाइल्ड पॉलिसी नू ही रिप्रजेंट कर रहा। उन्हें लैस की सी नैगेटिव इन्वायरमेंटल इंपैक्ट सी ठीक है जिहड़ा ओनू जिहड़ा रैपिड इंडस्ट्रीलाइजेशन ते पॉपूलेशन ग्रोथ ते सीगा चाइना दे विच जदों तो वो इंप्लीमेंट हुई आ उदों तो उन्हें की कीता सी घटाया सी। सो इहदा आंसर भी अपने कोल की आ जांदा ट्रू। Third question the number of cases of infanticide of female babies decreased in China during 1980s। कहने जो केसेस सीगे फीमेल बेबीज़ दे इनफैक्टिसाइड्स दे वो डिक्रीज़ होई सी चाइना कद 1980s विच। 1980s जदों भी अपन कोई ईयर दिता हुंदा है ठीक है ना ਜਾਂ कोई भी नंबर दिता हुंदा अपने लिए ईजी हो जाता आंसर फाइंड आउट करना। आप सीधा वो नंबर दे लिए देखते हैं तो ਆਪਾਂ ਨੂੰ ਉਹ ਨੰਬਰ ਆ ਜੋ थर्ड पैराग्राफ 'ਚ मिलता 1980s बिल्कुल लास्ट लाइन 'ਚ ठीक है। बट आप शुरू कद करांगे जिथों कॉमा शुरू हो रहा वो लाइन शुरू हो रही है हाउएवर तो। हाउएवर बैकवर्ड्स दिस वे ऑफ thinking may seem to many people the sad reality was that instances of infanticide of female babies begin to rise rapidly in 1980s in China। ਚਾਈਨਾ ਦੇ ਵਿੱਚ 1980s ਦੇ ਵਿੱਚ ਜੋ ਫੀਮੇਲ ਬੇਬੀਜ਼ ਸੀਗੀ ਮਤਲਬ ਉਹਨਾਂ ਦੀ ਇਨਫੈਕਟੀਸਾਈਡ ਸੀ ਜਿਹੜੀ ਫੀਮੇਲ ਬੇਬੀਜ਼ ਦੀ ਇਹ ਰਾਈਜ਼ ਹੋ ਰਹੀ ਸੀ ਰੈਪਿਡਲੀ ਬਟ ਉੱਥੇ ਉਹਨਾਂ ਨੇ ਕੀ ਕੀਤਾ ਡਿਕਰੀਜ਼ ਦੀ ਗੱਲ ਕੀਤੀ ਆ। ਸੋ ਸਿੰਪਲੀ ਇਹਦਾ ਆਨਸਰ ਕੀ ਆ ਫਾਲਸ। फोर्थ क्वेश्चन है in India effective population control is becoming an increasingly important concern for the government। कहने जो इफेक्टिव पॉपूलेशन कंट्रोल है ये इनक्रीजिंगली इंपॉर्टेंट बन रहा क्रूशियल बन रहा कंसर्न किहदे लई गवर्नमेंट लई अथॉरिटीज़ लई ये एक इनक्रीजिंगली इंपॉर्टेंट कंसर्न बन रहा इफेक्टिव पॉपूलेशन कंट्रोल। जब अपन थर्ड का आंसर थर्ड पैरा च मिलिया तो आप फोर्थ पैरा च इसदा आंसर देखते हैं। ਇਹਦੇ ਵਿੱਚ ਗਵਰਨਮੈਂਟ ਦੀ ਗੱਲ ਹੋਈ ਆ ਕਿ ਦ ਗਵਰਨਮੈਂਟ ਰਿਲੈਕਸ ਦ ਵਨ ਚਾਈਲਡ ਪੋਲਿਸੀ ਸੋ ਦੈਟ ਕਪਲ could have a second child but only if their child was a girl। On the other hand, the government has also faced heavy criticism of its methods of trying to enforce the one child policy in the past। In rural areas, it was very difficult for the government to enforce the policy and so only really applied in urban areas of the country। ਇਹਦੇ ਵਿੱਚ ਗਵਰਨਮੈਂਟ ਦਾ ਇਨਕਰੀਜ਼ਿੰਗ ਹੋ ਰਿਹਾ ਕੰਸਰਨ ਆ ਜਿਹੜਾ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਜੋ ਮਤਲਬ ਇੰਡੀਆ ਦੇ ਵਿੱਚ ਇਫੈਕਟਿਵ ਪੋਪੂਲੇਸ਼ਨ ਕੰਟਰੋਲ ਹੈ ਇਹ ਇਨਕਰੀਜ਼ਿੰਗਲੀ ਇੰਪੋਰਟੈਂਟ ਕੰਸਰਨ ਬਾਰੇ ਗਵਰਨਮੈਂਟ ਦਾ ਇਸ ਚੀਜ਼ ਬਾਰੇ ਇਸ ਵਿੱਚ ਕੋਈ ਗੱਲ ਨਹੀਂ ਹੋਈ। ਜਦ ਇਸ ਚੀਜ਼ ਬਾਰੇ ਗੱਲ ਹੀ ਨਹੀਂ ਹੋਈ ਤਾਂ ਇਹਦਾ ਆਨਸਰ ਨਾਟ ਗਿਵਨ ਹੈ। ਫਿਫਥ ਕੁਐਸਚਨ ਹੈ ਐਸਟੀਮੇਟਸ suggest that there are 60 million more men than women living in China। ठीक है जो 60 मिलियन ज़्यादा मैन नगे वुमेन नालों चाइना दे विच। ਇਹਦਾ आंसर बहुत ही ज़्यादा सिंपल पिया ठीक है। लाइक अपना जिहड़ा फिफ्थ पैराग्राफ है ਉਹਦੀ ਆਪਾਂ फर्स्ट लाइन तो शुरू कर दिया। Whilst true statistics are difficult to obtain from China, it is thought that there are now 60 million more men than women in China। ਇੱਥੇ ਆਪਾਂ ਨੂੰ ਸਿੰਪਲ ਆਂਸਰ ਮਿਲ ਰਿਹਾ बट आप सैकेंड लाइन भी रीड कर दिया। दिस जेंडर इम्बैलेंस इज ऑलमोस्ट सर्टनली एन इनडायरेक्ट result of the one child policy। Another theory suggests that there are unofficially millions of more women in China who were never registered with local authorities by their parents through fear of being fined or losing their child। ਇੱਥੇ ਗੱਲ ਕੀਤੀ ਹੈ more women's ਦੀ ਸੈਕਿੰਡ ਲਾਈਨ 'ਚ ਉਹਨਾਂ ਨੇ ਆਪਾਂ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਮੋਰ ਵੂਮਨਸ ਲਿਖ ਕੇ ਬਟ ਉੱਥੇ ਆਪਾਂ ਨੂੰ ਅਨਓਫੀਸ਼ੀਅਲੀ ਲਿਖਿਆ ਹੋਇਆ ਮੈਂਸ਼ਨ ਕੀਤਾ ਹੋਇਆ ਬਟ ਓਫੀਸ਼ੀਅਲੀ ਕਿੰਨੇ ਆ 60 ਮਿਲੀਅਨ ਮੈਨ ਆ ਜੋ ਵੂਮਨ ਨਾਲੋਂ ਜ਼ਿਆਦਾ ਗਏ। ਓਫੀਸ਼ੀਅਲੀ ਦੀ ਆਪਾਂ ਗੱਲ ਕਰਨੀ ਹੈ ਨੋਨ ਓਫੀਸ਼ੀਅਲ ਦੀ ਨਹੀਂ ਕਰਨੀ। ਇੱਥੇ ਕਨਫਿਊਜ਼ ਕਰਨ ਦੀ ਕੋਸ਼ਿਸ਼ ਹੋਈ ਆ ਬਟ ਨਹੀਂ ਆਪਾਂ ਓਫੀਸ਼ੀਅਲੀ ਦੇਖਣੇ ਆ। ਸੋ ਇਹਦਾ ਆਨਸਰ ਕੀ ਆ ਆਪਣਾ ਟਰੂ ਆ।
Thanks for watching my video, and don't forget to like, share, comment and subscribe my channel IELTS with Dimple, and please press the bell icon for my latest video update. Thank you so much.